ਸਿੱਖ ਕੌਮ ਦੇ ਸਾਹਮਣੇ ਇਸ ਸਮੇਂ ਕਈ ਮਸਲੇ ਨੇ, ਕਈ ਚੁਣੌਤੀਆਂ ਨੇ। ਇੱਕ ਪਾਸੇ ਤਾਂ ਜੇਕਰ ਗੱਲ ਕਰੀਏ ਕਰੋਨਾ ਮਹਾਮਾਰੀ ਦੀ ਮਾਰ ਪੈ ਰਹੀ ਹੈ, ਸਿੱਖ ਕੌਮ ਇਸ ਦੇ ਵਿੱਚ ਵੀ ਵੱਡਾ ਯੋਗਦਾਨ ਪਾ ਰਹੀ ਹੈ। ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉੱਥੇ ਆਕਸੀਜਨ ਵੰਡੀ ਜਾ ਰਹੀ ਹੈ, ਹੋਰ ਵੀ ਮਦਦ ਲੋਕਾਂ ਦੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇਕਰ ਸਿਧਾਂਤਕ ਤੌਰ ਤੇ ਗੱਲ ਕਰੀਏ ਤਾਂ ਉਹ ਵੀ ਬਹੁਤ ਸਾਰੀਆਂ ਚੁਣੌਤੀਆਂ ਸਿੱਖਾਂ ਦੇ ਸਾਹਮਣੇ ਨੇ। ਆਸਟ੍ਰੇਲੀਆ ਦੀ ਗੱਲ ਕੀਤੀ ਜਾਏ, ਕਿਰਪਾਨ ਦਾ ਮਸਲਾ ਉੱਠਿਆ ਹੋਇਆ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਅੱਜ ਗੁਰਮੀਤ ਰਾਮ ਰਹੀਮ ਨੂੰ ਜਦੋਂ 48 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਇੱਕ ਵੱਡੀ ਰੋਸ ਦੀ ਲਹਿਰ ਸਿੱਖ ਭਾਈਚਾਰੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬਹੁਤ ਸਾਰੇ ਮੁੱਦੇ ਨੇ ਜਿਸ ਤੇ ਅਸੀਂ ਗੱਲਬਾਤ ਕਰਾਂਗੇ। ਜਲੰਧਰ ਬੀਬੀ ਜਗੀਰ ਕੌਰ ਪਹੁੰਚੇ ਹੋਏ ਨੇ, ਐਸਜੀਪੀਸੀ ਪ੍ਰਧਾਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਜਲੰਧਰ ਪਹੁੰਚੇ ਹੋ, ਸਭ ਤੋਂ ਪਹਿਲਾਂ ਮੈਂ ਇਹ ਚਾਹਾਂਗਾ ਕਿ ਕੀ ਮਕਸਦ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਹੋਇਆਂ, ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਥੇ ਲੋਕ ਸੇਵਾ ਲਈ ਤੁਸੀਂ ਹਾਜ਼ਰ ਹੋਏ ਹੋ, ਕੀ ਅੱਜ ਮਕਸਦ ਸੀ ਇੱਥੇ ਪਹੁੰਚਣ ਦਾ? ਦੇਖੋ, ਅਸੀਂ ਅੱਜ ਖੋਲ੍ਹ ਕੇ ਆਏ ਹਾਂ ਸੰਗਰੂਰ ਦੇ ਵਿੱਚ ਕੋਵਿਡ ਕੇਅਰ ਸੈਂਟਰ। ਅਤੇ ਰਸਤੇ ਵਿੱਚ ਮੈਂ ਜਦੋਂ ਆ ਰਹੀ ਸੀ, ਯੂਨਾਈਟਿਡ ਸਿੱਖ ਮਿਸ਼ਨ ਵਾਲੇ ਜਿਹੜੇ ਹੈ ਉਹਨਾਂ ਦੇ ਵਿੱਚੋਂ ਮੈਂਬਰ ਨੇ ਸਰਦਾਰ ਬਲਦੇਵ ਸਿੰਘ ਜੀ, ਕੈਲੀਫੋਰਨੀਆ ਤੋਂ। ਇਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ 20 ਕੰਸੈਂਟਰੇਟਰ ਅਸੀਂ ਲਿਆਂਦੇ ਹੈ ਅਤੇ ਬੀਬੀ ਜੀ ਤੁਸੀਂ ਕਿੱਥੇ ਜੇ ਇੱਥੋਂ ਆ ਗਏ ਅਤੇ ਲੰਘਦੇ ਹੋ ਅਤੇ ਤੁਸੀਂ ਆਓ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਅਸੀਂ ਇੱਥੇ ਹੀ ਹੈਂਡਓਵਰ ਕਰ ਦਈਏ, ਤੁਸੀਂ ਦਰਬਾਰ ਸਾਹਿਬ ਲੈ ਜਾਓ। ਫਿਰ ਇਸ ਕਰਕੇ ਮੈਂ ਇੱਥੇ ਰੁਕ ਗਈ ਹਾਂ। ਅਤੇ ਬੈਠੇ ਬੈਠੇ ਫਿਰ ਅਸੀਂ ਵੈਂਟੀਲੇਟਰਸ ਦਾ ਮੈਂ ਡਿਸਕਸ ਕਰ ਰਹੀ ਸੀ ਵੀ ਆਉਣ ਵਾਲੇ ਸਮੇਂ ਵਿੱਚ ਇਸ ਕੋਵਿਡ ਨਾਲ ਲੜਨ ਵਾਸਤੇ ਸਾਨੂੰ ਪੰਜਾਬ ਦੇ ਵਿੱਚ ਬੜੀ ਵੱਡੀ ਮੁਸ਼ਕਿਲ ਆ ਰਹੀ ਹੈ ਕਿ ਫਸਟ ਲੈਵਲ, ਸੈਕੰਡ ਲੈਵਲ ਦੇ ਮਰੀਜ਼ਾਂ ਦਾ ਤਾਂ ਅਸੀਂ ਪ੍ਰਬੰਧ ਕਰ ਲਾਂਗੇ, ਕੰਸੈਂਟਰੇਟਰ ਲਾ ਲਾਂਗੇ, ਛੋਟੀ ਮੋਟੀ ਦਵਾਈ ਦੇ ਲਾਂਗੇ, ਪਰ ਜਿਹੜਾ ਅਸਲੀ ਤੌਰ ਦੇ ਉੱਤੇ ਹੈ, ਜਦੋਂ ਤੀਸਰਾ ਪੜਾਅ ਆ ਜਾਂਦਾ, ਜੋ ਤੀਜਾ ਲੈਵਲ ਆ ਜਾਂਦਾ, ਉਹ ਬੜਾ ਸੀਰੀਅਸ ਹੁੰਦਾ। ਉਹਦੇ ਵਿੱਚ ਵੈਂਟੀਲੇਟਰ ਤੋਂ ਬਿਨਾਂ, ICU ਤੋਂ ਬਿਨਾਂ ਮਨੁੱਖ ਜਿਉਂਦਾ ਰਹਿਣਾ ਬੜਾ ਔਖਾ ਹੁੰਦਾ। ਸੋ ਉਹਦੇ ਸੰਬੰਧ ਵਿੱਚ ਮੈਂ ਵਿਚਾਰਾ ਕਰ ਰਹੀ ਸੀ ਅਤੇ ਮੈਨੂੰ ਬੜੀ ਰਾਹਤ ਮਿਲੀ ਹੈ ਕਿ ਹੁਣੇ ਮੈਂ ਨਿਊਜ਼ੀਲੈਂਡ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਜੀ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ 5 ਵੈਂਟੀਲੇਟਰ ਮੈਂ ਭੇਜਾਂਗਾ। ਇਹਨਾਂ ਨਾਲ ਮੈਂ ਗੱਲ ਕੀਤੀ, ਕਹਿਣ ਲੱਗੀ, ਮੈਂ ਕਿਹਾ ਤੁਸੀਂ 10 ਕੁ ਦਾ ਪ੍ਰਬੰਧ ਕਰ ਦਿਓ। ਸੋ ਇਸ ਢੰਗ ਦੇ ਨਾਲ ਉਹ ਵਿਚਾਰਾਂ ਚੱਲ ਰਹੀਆਂ ਸੀ। ਕਿਸੇ ਢੰਗ ਨਾਲ ਧੰਨ ਗੁਰੂ ਰਾਮਦਾਸ ਜੀ ਦਾ ਜਿਹੜਾ ਮੈਡੀਕਲ ਹਸਪਤਾਲ ਹੈ ਉਹਦੇ ਵਿੱਚ ਅਸੀਂ 100 ਵੈਂਟੀਲੇਟਰਸ ਦਾ ਪ੍ਰਬੰਧ ਕਰ ਲਈਏ, ਤਾਂ ਜੋ ਅੱਜ ਸਾਡੇ ਜੇ 26 ਹੈ, ਜੋ 100 ਹੋ ਜਾਣਗੇ, ਸਾਡੇ ਕੋਲ ਆਕਸੀਜਨ ਜਨਰੇਟਰ ਆ ਰਹੇ ਹੈ, ਉਹਦੇ ਨਾਲ ਸਾਡੀ 1 ਮਿੰਟ ਦੇ ਵਿੱਚ 1000 ਲੀਟਰ ਆਕਸੀਜਨ ਤਿਆਰ ਹੋਵੇਗੀ। ਮਤਲਬ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸੈਂਟਰ ਖੋਲ੍ਹ ਕੇ, ਕੋਵਿਡ ਕੇਅਰ ਸੈਂਟਰ ਖੋਲ੍ਹ ਕੇ ਸੇਵਾ ਕੀਤੀ ਜਾ ਰਹੀ ਹੈ, ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਚਾਹੇ ਉਹ ਸਾਬੋ ਕੀ ਤਲਵੰਡੀ ਹੋਵੇ ਜਾਂ ਲੁਧਿਆਣੇ ਦੀ ਗੱਲ ਹੋਵੇ, ਹੋਰ ਵੀ ਸੈਂਟਰ ਤੁਹਾਡੇ ਵੱਲੋਂ ਖੋਲ੍ਹੇ ਜਾ ਰਹੇ ਨੇ। ਇਹ ਤਾਂ ਸੀ ਸੇਵਾ ਦੀ ਗੱਲ, ਪਰ ਹੁਣ ਅੱਜ ਦੇ ਮੁੱਦੇ 'ਤੇ ਆਉਂਦੇ ਹਾਂ। ਅੱਜ ਗੁਰਮੀਤ ਰਾਮ ਰਹੀਮ ਨੂੰ 48 ਘੰਟੇ ਦੀ ਪੈਰੋਲ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਕਿਉਂਕਿ ਮੁੱਦਾ ਉੱਠ ਰਿਹਾ ਹੈ ਕਿ ਵੱਖ-ਵੱਖ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਬਹੁਤ ਸਾਰੇ ਸਿੱਖ ਨੇ, ਬੰਦੀ ਸਿੱਖ, ਜਿਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ, ਉਹਨਾਂ ਨੇ ਆਪਣੀਆਂ ਸਜ਼ਾਵਾਂ ਭੁਗਤ ਲਈਆਂ ਨੇ। ਦੂਜੇ ਪਾਸੇ ਰਾਮ ਰਹੀਮ ਹੈ, ਵੱਡੇ ਦੋਸ਼ ਦੇ ਵਿੱਚ ਉਹ ਅੰਦਰ ਹੈ, ਉਸ ਨੂੰ ਪੈਰੋਲ ਕਿਉਂ ਦਿੱਤੀ ਗਈ? ਦੇਖੋ, ਭਾਵੇਂ ਲਾਅ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ, ਕੋਰਟ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ, ਪਰ ਅਫਸੋਸ ਇਸ ਗੱਲ ਦਾ ਕਿ ਕਿਹੜੀ ਕੋਈ ਐਮਰਜੈਂਸੀ ਸੀ ਜਿਹੜੀ ਕਿ 48 ਘੰਟੇ ਨੂੰ ਛੱਡਣਾ ਪਿਆ। ਔਰ ਜਿਹੜੀ ਕੱਲ੍ਹ ਕੋਈ ਵਿਅਕਤੀ ਉੱਥੇ ਗੁਰਦੁਆਰੇ ਦੇ ਵਿੱਚ ਅਰਦਾਸ ਕਰ ਰਿਹਾ, ਮੈਂ ਸਭ ਤੋਂ ਵੱਡੀ ਖਤਰਨਾਕ ਗੱਲ ਉਹ ਮਹਿਸੂਸ ਹੋਈ ਹੈ, ਕਿਉਂਕਿ ਸਾਡੀ ਸਿੱਖ ਕੌਮ ਦੇ ਸਿਧਾਂਤਕ ਤੌਰ 'ਤੇ ਸੱਟ ਵੱਜੀ ਉਹਦੇ ਉੱਤੇ। ਉਹ ਅਰਦਾਸ ਦੇ ਸ਼ਬਦ ਹੀ ਨਹੀਂ, ਜਿਹੜੀ ਅਰਦਾਸ ਉੱਥੇ ਕੀਤੀ ਜਾ ਰਹੀ ਹੈ। ਕਿਉਂਕਿ ਅਰਦਾਸ ਗੁਰੂ ਦੇ ਅੱਗੇ ਕਰਨ ਲੱਗਿਆਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਔਰ ਪੰਥ ਨੇ ਇੱਕ ਪੂਰੀ ਕੰਕਰੀਟ ਜਿਹੜਾ ਵਰਡਿੰਗ ਹੈ ਉਹ ਤਿਆਰ ਕੀਤੀ ਹੋਈ ਹੈ ਕਿ ਇਸ ਵਰਡਿੰਗ ਤੋਂ ਬਾਹਰ ਅਸੀਂ ਅਰਦਾਸ ਨਹੀਂ ਕਰ ਸਕਦੇ ਗੁਰੂ ਦੇ ਅੱਗੇ। ਜੋ ਅਰਦਾਸ ਦੇ ਸ਼ਬਦ ਹੈ, ਇੱਕ ਵੀ ਸ਼ਬਦ ਉਹ ਅਰਦਾਸ ਦਾ ਨਹੀਂ ਸੀਗਾ। ਦੂਜੀ ਗੱਲ, ਜਿਹੜੀ ਉਹ ਗੱਲ ਕਰ ਰਿਹਾ ਸੀਗਾ ਜਾਤਾਂ ਪਾਤਾਂ ਦੀ, ਕਿ ਇੱਥੇ ਮੁੱਖ ਮੰਤਰੀ ਬਣਨ ਵਾਸਤੇ ਐਲਾਨ ਕਰ ਦਿੱਤਾ, ਪ੍ਰਧਾਨ ਮੰਤਰੀ ਜਿੱਦਾਂ ਧੰਨਵਾਦ ਕਰਦੇ ਹੈ, ਇਹ ਹੈ ਉਹ ਹੈ, ਇਹਦੇ 'ਚੋਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨੰਬਰ 1 ਤੇ ਗੁਰੂ ਦੇ ਘਰ 'ਚ ਜਾਤ ਪਾਤ ਹੀ ਕੋਈ ਨਹੀਂ। ਇਹ ਜਾਣੋ ਜੋਤ ਨਾ ਪੁੱਛੋ ਜਾਤੀ, ਬਾਣੀ ਕਹਿੰਦੀ ਹੈ। ਕਸ਼ਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਬਾਣੀ ਕਹਿੰਦੀ ਹੈ। ਉਸ ਘਰ ਦੇ ਵਿੱਚ ਤਾਂ ਸਰਬੱਤ ਦਾ ਭਲਾ ਹੈ, ਕੋਈ ਵੀ ਹੋਵੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਕੋਈ ਛੂਤ ਨਹੀਂ, ਕੋਈ ਛਾਤ ਨਹੀਂ। ਪਰ ਜਿਹੜੇ ਸ਼ਬਦ ਉਹ ਬੋਲ ਰਿਹਾ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਕਿਸੇ ਨੇ ਪੜ੍ਹਾ ਕੇ ਉੱਥੇ ਖੜਾ ਕੀਤਾ ਹੁੰਦਾ। ਕਿਉਂਕਿ ਕੱਲ੍ਹ ਇਹ ਸ਼ਬਦ ਇਹ ਗੱਲਾਂ ਕਰਨੀਆਂ ਅਤੇ ਅੱਜ ਉਹਨੂੰ ਪੈਰੋਲ ਮਿਲ ਜਾਣੀ,
ਇਟ ਮੀਨਸ देयर इज ਇਹਦੇ ਵਿੱਚ ਕੋਈ ਨਾ ਕੋਈ ਕਨਸਪੀਰੇਸੀ ਹੈ। ਕੌਣ ਹੋ ਸਕਦਾ ਇਸ ਦੇ ਪਿੱਛੇ? ਜਦੋਂ ਮੈਂ ਮੀਡੀਆ ਤੇ ਦੇਖ ਰਿਹਾ ਸਾਂ, ਕਮੈਂਟਸ ਆ ਰਹੇ ਹੈ ਉਸ ਵੀਡੀਓ ਦੇ ਥੱਲੇ ਜਿਸ ਦੀ ਤੁਸੀਂ ਗੱਲ ਛੇੜੀ ਹੈ ਕਿ ਉਹ ਅਰਦਾਸ ਕਰ ਰਿਹਾ ਹੈ ਰਾਮ ਰਹੀਮ ਦੀ ਨੂੰ ਛੱਡਣ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਇਹ RSS ਦੀ ਚਾਲ ਹੈ। ਤੁਹਾਨੂੰ ਕੀ ਲੱਗਦਾ ਹੈ ਕੌਣ ਇਸ ਦੇ ਮਗਰ, ਕਿਹਨਾਂ ਦੇ ਵੱਲੋਂ ਇਹ ਕਰਾਇਆ ਜਾ ਰਿਹਾ ਮਾਲਵੇ ਦੀ ਧਰਤੀ ਦੇ ਉੱਪਰ ਇਸ ਤਰ੍ਹਾਂ ਦੀਆਂ ਅਰਦਾਸਾਂ ਹੋ ਰਹੀਆਂ? ਦੇਖੋ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਨੰਬਰ 1 ਤੇ ਇਹ ਹੈ ਵੀ ਜਾਤ ਪਾਤ ਮੈਂ ਤਾਂ ਕਿਹਾ ਕਿ ਇਹਦੇ ਵਿੱਚ ਹੈ ਨਹੀਂ, ਪਰ ਜਿਹੜੀ ਉਹ ਅਰਦਾਸ ਕਰ ਰਿਹਾ ਸੀਗਾ ਉਹ ਗੁਰੂ ਦੇ ਘਰ 'ਚ ਇਹ ਗੱਲਾਂ ਕਹਿ ਕੇ ਇੱਕ ਪਾਗਲ ਲੋਕਾਂ ਨੂੰ ਪਾਗਲ ਸਮਝ ਰਿਹਾ ਸੀਗਾ। ਦੂਜੀ ਗੱਲ ਹੈ ਕਿ ਤੁਸੀਂ ਜਿਸ ਤਰ੍ਹਾਂ ਕਹੀ ਹੈ ਕਿ ਵਾਕਈ ਇਹ ਜਿਹੜੀ ਸੂਈ ਜਾਂਦੀ ਹੈ ਇਸ ਪਾਸੇ ਨੂੰ, ਪਰ ਇਹ ਹੁਣ ਕਿਉਂਕਿ ਉਹਨੂੰ ਕਸਟਡੀ 'ਚ ਲੈ ਲਿਆ ਪੁਲਿਸ ਨੇ, ਕਸਟਡੀ 'ਚ ਗਿਆ, FIR ਦਰਜ ਹੋਈ ਹੈ, ਉਹਨੂੰ ਫੜਿਆ, ਉਹਦੇ ਤੋਂ ਪੋਲ ਖੁੱਲ੍ਹਣਗੇ। ਮੈਂ ਕਹਿੰਦੀ ਹਾਂ ਕਿ ਇਹ ਸਰਕਾਰ ਨੂੰ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ, ਪ੍ਰੋਪਰ ਪੂਰੀ ਸੱਚੇ ਦਿਲੋਂ। ਜੇ ਇਹਨਾਂ ਨੂੰ ਬੇਅਦਬੀ ਹੋਈ ਦਾ ਸਾਰਿਆਂ ਨੂੰ ਕੋਈ ਦੁੱਖ ਹੈ, ਜੇ ਸਰਕਾਰ ਦੇ ਮਨ 'ਚ ਕੋਈ ਵੀ ਮਾੜਾ ਮੋਟਾ ਅੰਸ਼ ਹੈ ਕਿ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ, ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ, ਕੌਮ ਦੀ ਜਿਹੜੀ ਬਲਦੀ ਇਸ ਵੇਲੇ ਜੋ ਅੰਦਰ ਅੱਗ ਬਲਦੀ ਪਈ ਹੈ ਉਹਨੂੰ ਕੁਛ ਨਾ ਕੁਛ ਅਸੀਂ ਸ਼ਾਂਤ ਕਰੀਏ। ਅਤੇ ਮੈਂ ਕਹਿੰਦੀ ਹਾਂ ਕਿ ਇਸ ਵੇਲੇ ਜੇ ਉਹ ਸਾਹਮਣੇ ਅਰਦਾਸ ਕਰਨ ਵਾਲਾ ਵਿਅਕਤੀ ਫੜਿਆ ਗਿਆ ਹੋਵੇ, ਜੇ ਉਹਦੇ ਕੋਲੋਂ ਵੀ ਕੋਈ ਚਾਲ ਨਾ ਕੱਢੀ ਜਾਵੇ, ਫਿਰ ਮੈਂ ਸਮਝਦੀ ਸਾਡੀ ਬਦਕਿਸਮਤੀ ਹੈ ਕਿ ਅਸੀਂ ਕਿਤੇ ਵੀ ਸੱਚ ਨਹੀਂ ਕਢਾ ਸਕਦੇ। ਬੀਬੀ ਜੀ, ਕੀ ਲੱਗਦਾ ਤੁਹਾਨੂੰ ਇਹ ਜਿਹੜੀ ਚਾਲ ਤੁਸੀਂ ਕਹਿ ਰਹੇ ਹੋ ਨਿਕਲ ਪਾਏਗੀ? ਕਿਉਂਕਿ ਲੋਕਾਂ ਨੂੰ ਸਰਕਾਰਾਂ ਤੇ ਬਹੁਤੀ ਆਸ ਨਹੀਂ। ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ, ਤੁਸੀਂ ਵੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਹੋ, ਭਾਵੇਂ ਕਿ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਹੋ। ਅਕਾਲੀ ਦਲ ਦੇ ਉੱਪਰ ਵੀ ਲੋਕਾਂ ਨੂੰ ਅੱਜ ਤੱਕ ਰੋਸ ਹੈ ਕਿ ਅਕਾਲੀਆਂ ਨੇ ਕੁਝ ਨਹੀਂ ਕੀਤਾ। ਜਦੋਂ ਬੇਅਦਬੀ ਹੋਈ ਉਹਨਾਂ ਦੇ ਸਮੇਂ 'ਚ ਹੋਈ, ਉਹਨਾਂ ਨੇ ਦੋਸ਼ੀ ਨਹੀਂ ਫੜੇ। ਕਾਂਗਰਸ ਸਰਕਾਰ ਆਈ, ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਸਹੁੰ ਖਾਧੀ ਕਿ ਮੈਂ ਨਸ਼ੇ ਦਾ ਲੱਕ ਤੋੜ ਦਿਆਂਗਾ, ਮੈਂ ਨਸ਼ਾ ਖਤਮ ਕਰ ਦਿਆਂਗਾ, ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਂਗਾ, ਉਹਨਾਂ ਨੂੰ ਬੰਦ ਕਰਾਂਗਾ। ਅੱਜ ਤੱਕ ਕੋਈ ਨਹੀਂ ਬੰਦ ਹੋਏ। ਹੁਣ 6 ਵਿਅਕਤੀ ਫੜੇ ਨੇ, ਉਹਨਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੋਇਆ ਹੈ। ਤੁਹਾਨੂੰ ਕਿਉਂ ਲੱਗਦਾ ਹੈ ਕਿ ਸਰਕਾਰਾਂ ਸੱਚ ਕੱਢਣਗੀਆਂ, ਚਾਹੇ ਬੇਅਦਬੀ ਵਾਲਾ ਸੱਚ ਹੋਵੇ ਚਾਹੇ ਇਹ ਹੋਵੇ? ਅੱਜ ਤੱਕ ਸੱਚ ਆਇਆ ਨਹੀਂ, ਲੋਕਾਂ ਨੂੰ ਰੋਸ ਹੈ ਇਸ ਗੱਲ ਦਾ। ਦੇਖੋ, ਜਿਹੜੀ ਮੈਂ ਕਿਸੇ ਸਰਕਾਰ ਦੇ ਸੰਬੰਧ ਵਿੱਚ ਕੋਈ ਡਿਫੈਂਡ ਨਹੀਂ ਕਰਨਾ ਚਾਹੁੰਦੀ, ਪਰ ਉਸ ਵੇਲੇ ਕਿਉਂਕਿ ਚੋਣਾਂ ਦਾ ਸਮਾਂ ਆਇਆ ਸੀ, ਸਾਰਾ ਕੁਝ ਇੱਕ ਮੈਨੂਪਲੇਟਰ ਤਰੀਕੇ ਨਾਲ ਚੱਲਦਾ ਸੀ। 14 ਕੁ ਮਹੀਨੇ ਦਾ ਸਮਾਂ ਮਿਲਿਆ ਸੀਗਾ, ਜਿੰਨਾ ਕੁ ਦੌੜ ਭੱਜ ਕਰਕੇ ਉਹਨਾਂ ਕੀਤਾ, ਅਤੇ ਅਖੀਰ 'ਚ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ CBI ਨੂੰ ਕੇਸ ਦਿੱਤਾ ਜਾਵੇ। ਸਾਨੂੰ ਵਿਸ਼ਵਾਸ ਨਹੀਂ, ਜਿੱਦਾਂ ਅੱਜ ਵੀ ਕਹਿੰਦੇ ਆਪਾਂ, ਸਾਨੂੰ ਵਿਸ਼ਵਾਸ ਨਹੀਂ। ਚਲੋ ਇਹਨਾਂ ਕਹਿਣ 'ਤੇ, ਸਿੱਖਾਂ ਦੇ ਕਹਿਣ ਦੇ ਉੱਤੇ ਜਾਂ ਉਸ ਵੇਲੇ ਜਥੇਬੰਦੀਆਂ ਦੇ ਕਹਿਣ ਦੇ ਉੱਤੇ CBI ਨੂੰ ਦੇ ਦਿੱਤਾ। ਉਸ ਤੋਂ ਬਾਅਦ ਉਹੀ ਜਥੇਬੰਦੀਆਂ ਕਹਿਣ ਲੱਗੀ ਕਿ ਸਾਨੂੰ CBI 'ਤੇ ਇਤਬਾਰ ਨਹੀਂ, ਵਾਪਸ ਲਿਆਂਦਾ ਜਾਵੇ। ਚਲੋ ਅਸੀਂ ਵੀ ਲੋਕ ਜਿਹੜੇ ਹੈ, ਕਿਉਂਕਿ ਵਿਸ਼ਵਾਸ ਜੇ ਸਾਡਾ ਬਣੇਗਾ ਤਾਂ ਬਣੇਗਾ। ਜੇ ਕੋਈ ਸਰਕਾਰ 'ਤੇ, ਜੇ ਮੰਨ ਲਓ ਇੱਕ ਸਰਕਾਰ ਨੇ ਥੋੜ੍ਹੇ ਸਮੇਂ 'ਚ ਬਹੁਤਾ ਨਹੀਂ ਕਰ ਸਕੇ, ਹੁਣ ਤਾਂ 4.5 ਸਾਲ ਦਾ ਸਮਾਂ ਬੀਤ ਗਿਆ, ਹੁਣ ਤਾਂ ਸਰਕਾਰ ਨੇ ਤੀਜੀ ਸਿੱਟ ਬਣ ਗਈ। ਔਰ ਪਹਿਲੀ ਸਿੱਟ ਜਿਹੜੀ ਸਰਦਾਰ ਰਣਬੀਰ ਸਿੰਘ ਜੀ ਖਟੜਾ ਵੇਲੇ ਦੀ ਸੀ, ਬੇਅਦਬੀ ਦੇ ਵੇਲੇ ਦੀ, ਜੋ ਉਹਨਾਂ ਨੇ ਕੱਢਿਆ ਸੀ ਉਹਨੂੰ ਹੀ ਆਧਾਰ ਬਣਾਈ ਗਿਆ। ਉਹੀ ਆਧਾਰ ਰਣਜੀਤ ਸਿੰਘ ਨੇ ਬਣਾ ਲਿਆ, ਉਹੀ ਆਧਾਰ ਅੱਜ ਬਣੇਗਾ। ਇਟ ਮੀਨਸ ਕਿ ਸਰਦਾਰ ਰਣਬੀਰ ਸਿੰਘ ਖਟੜਾ, ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿੱਟ ਬਣਾ ਕੇ ਲਾਇਆ ਸੀ, ਇਹ ਤੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਿੱਟ ਉਹਨਾਂ ਬਣਾਈ ਸੀ ਉਹਦੇ ਆਧਾਰ 'ਤੇ ਹੀ ਕਰ ਰਹੇ ਆ, ਵੀ ਉਹ ਹੀ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਰਿਹਾ। ਇਹਦਾ ਮਤਲਬ ਕਿ ਉਹਦੇ 'ਚੋਂ ਜੋ ਨਿਕਲਿਆ ਹੋਏਗਾ ਅਸੀਂ ਉਹਨੂੰ ਕੁਝ ਮੰਨਣਾ ਵੀ ਪਊਗਾ ਸਾਨੂੰ। ਪਰ ਅਸੀਂ ਇਸ ਕਰਕੇ ਨਹੀਂ ਕਹਿਣਾ ਚਾਹੀਦਾ ਕਿ ਸਿਆਸੀ ਬੰਦੇ ਦੀ ਕੋਈ, ਅਸੀਂ ਜ਼ਰੂਰ ਗਲਤ ਤਰੀਕੇ ਨਾਲ ਭੂਮਿਕਾ ਬਣਾਵਾਂਗੇ ਤਾਂ ਸਾਡੀ ਸੈਟਿਸਫੈਕਸ਼ਨ ਹੋਵੇ। ਜੋ ਸਹੀ ਹੈ ਉਹ ਹੋਣਾ ਚਾਹੀਦਾ, ਜਿਹੜਾ ਵੀ ਗਲਤ ਹੈ ਮੈਂ ਨਹੀਂ ਕਹਿੰਦੀ। ਜੇ ਸਿਆਸੀ ਗਲਤ ਹੈ, ਮਿਨਿਸਟਰ ਗਲਤ ਹੈ, ਚੀਫ ਮਿਨਿਸਟਰ ਗਲਤ ਹੈ, ਕੋਈ ਹੋਵੇ, ਉਹਦੀ ਭੂਮਿਕਾ ਆ ਜਾਣੀ ਚਾਹੀਦੀ ਹੈ। ਜਿਹੜੇ ਹੁਣ 6 ਵਿਅਕਤੀ ਅੰਦਰ ਕੀਤੇ ਗਏ ਨੇ ਜਿਨ੍ਹਾਂ ਦਾ ਪੁਲਿਸ ਰਿਮਾਂਡ ਲੈ ਗਿਆ, ਉਹਨਾਂ ਬਾਰੇ ਕੀ ਕਹਿੰਦੇ? ਦੇਖੋ, ਮੈਂ ਤਾਂ ਆਸ ਕਰਾਂਗੀ ਕਿ ਠੀਕ ਨਿਕਲੇ, ਕਿਉਂਕਿ ਲੋਕਾਂ ਦਾ ਕਦੀ ਤੇ ਪੀੜਾ ਖਤਮ ਹੋਵੇ, ਕਦੀ ਤੇ ਲੋਕਾਂ ਨੂੰ ਕਤਰਵਾਸ ਮਿਲੇ, ਕਦੀ ਤੇ ਲੋਕਾਂ ਦੇ ਮਨ ਨੂੰ ਸ਼ਾਂਤੀ ਆਵੇ। ਪਰ ਤਕਲੀਫ ਦੁੱਖ ਇਸ ਲਈ ਵੀ ਆਉਂਦਾ ਕਿ ਜਿਹੜੀ ਸਰਕਾਰ ਇਸ ਵੇਲੇ ਵੀ ਹੈ, ਇਹ ਤਾਂ ਸਰਕਾਰ ਬਣਨ ਤੋਂ ਪਹਿਲਾਂ ਉੱਥੇ ਜਾ ਜਾ ਕੇ ਮੱਥੇ ਟੇਕ ਕੇ ਗੇੜੇ ਕਰਦੇ ਰਹੇ। ਮੈਂ ਵੀ ਵੀਡੀਓ ਕੱਲ੍ਹ ਦੇਖ ਰਹੀ ਸਾਂ ਕਿ ਸਾਰੀ ਸਰਕਾਰ ਦੇ ਅੱਜ ਜਿਹੜੇ ਮੰਤਰੀ ਵੀ ਹੈ, ਪ੍ਰਧਾਨ ਵੀ ਹੈ, ਮੁੱਖ ਮੰਤਰੀ ਵੀ ਹੈ, ਜਾ ਕੇ ਗੋਡੀਆਂ ਹੱਥ ਲਾ ਲਾ ਕੇ ਤੇ ਬਖਸ਼ਾਂ ਲੈਂਦੇ ਰਹੇ। ਔਰ ਅੱਜ ਉਹ ਵਿਅਕਤੀ ਜਿਹੜਾ ਅਰਦਾਸ ਕਰ ਰਿਹਾ, ਅੱਜ ਉਹਨੂੰ ਪੈਰੋਲ ਮਿਲਣੀ ਸੀਗੀ ਤੇ ਇੱਕ ਦਿਨ ਪਹਿਲਾਂ ਅਰਦਾਸ ਕਰਾਈ ਜਾ ਰਹੀ ਹੈ। ਇਟ ਮੀਨਸ ਦੇਅਰ ਇਜ਼ ਕੋਈ ਐਸੀ ਗੱਲ ਬਣਾਉਣ ਵਾਸਤੇ ਕਿ ਜੀ ਮੁੱਖ ਮੰਤਰੀ ਦਾ, ਪ੍ਰਧਾਨ ਮੰਤਰੀ ਉਹਨੇ ਐਲਾਨ ਕਰਤਾ ਫਲਾਨਾ ਹੋ ਜੇ, ਉਹਨੂੰ ਮੁੱਖ ਮੰਤਰੀ ਬਣੇ। ਸੋ ਇਹ ਚੀਜ਼ਾਂ ਮੈਂ ਉਹਦੀਆਂ ਗੱਲਾਂ ਆਪਣੇ ਮੂੰਹ 'ਚੋਂ ਨਾ ਕੱਢਾਂ। ਮੈਂ ਕਹਿੰਦੀ ਹਾਂ ਕਿ ਸਰਕਾਰ ਨੂੰ ਪੂਰੀ ਸਖਤੀ ਦੇ ਨਾਲ ਇਨਵੈਸਟੀਗੇਸ਼ਨ ਸਹੀ ਕਰਕੇ ਉਹਦੇ ਕੋਲ ਸੱਚ ਕਢਾਉਣਾ ਚਾਹੀਦਾ।
ਬੀਬੀ ਜੀ ਤੁਸੀਂ ਕਹਿ ਰਹੇ ਹੋ ਕਿ ਰਾਜਨੀਤਿਕ ਪਾਰਟੀਆਂ ਚਾਹੇ ਹੁਣ ਸਰਕਾਰ ਹੈ ਉਹ ਜਾ ਕੇ ਉੱਥੇ ਗੋਡੇ ਫੜਦੇ ਰਹੇ ਜਾਂ ਮੱਥਾ ਟੇਕਦੇ ਰਹੇ ਜਾਂ ਜਾ ਕੇ ਵੋਟਾਂ ਮੰਗਣ ਲਈ ਜਾਂਦੇ ਰਹੇ। ਉਹ ਤਾਂ ਅਕਾਲੀ ਦਲ ਦੇ ਉੱਪਰ ਵੀ ਆਰੋਪ ਲੱਗਦੇ ਰਹੇ ਕਿ ਅਕਾਲੀ ਦਲ ਵੀ ਉੱਥੇ ਜਾਂਦਾ ਰਿਹਾ ਹੈ। ਲੋਕਾਂ ਦਾ ਅਕਾਲੀ ਦਲ ਤੇ ਵੀ ਬਹੁਤ ਜ਼ਿਆਦਾ ਗੁੱਸਾ ਹੈ ਕਿ ਜਿਹਨੂੰ ਪੰਥਕ ਸਰਕਾਰ ਕਿਹਾ ਜਾਂਦਾ ਸੀ, ਪੰਥਕ ਕਿਹਾ ਜਾਂਦਾ ਸੀ, ਉਹ ਹੀ ਸਾਡੇ ਸਾਹਮਣੇ ਕੁਝ ਨਹੀਂ ਲਿਆ ਸਕੇ। ਜਦੋਂ ਅਕਾਲੀ ਦਲ ਦੇ ਲੀਡਰ ਗਏ ਸੀ ਜੀ, ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਔਰ ਉਹ ਜਾ ਕੇ ਪੇਸ਼ ਹੋ ਕੇ ਉਹਨਾਂ ਨੇ ਸਜ਼ਾ ਵੀ ਪੂਰੀ ਕੀਤੀ। ਦੇਖੋ, ਕੋਈ ਆਪਾਂ ਮਨੁੱਖ ਨੂੰ ਕਿਸੇ ਨੂੰ ਮਾਰ ਨਹੀਂ ਸਕਦੇ। ਗੁਰੂ ਪੰਥ ਦਾ ਜੋ ਫੈਸਲਾ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਉਹਨੂੰ ਅਸੀਂ ਮੰਨਦੇ ਹਾਂ। ਔਰ ਸਾਡੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜਾਂ ਸਿੱਖ ਕੌਮ ਨੂੰ, ਪੰਥ ਨੂੰ, ਜਿਹੜੀ ਗੁਰੂ ਪੰਥ ਦੀ ਸਭ ਤੋਂ ਵੱਡੀ ਤਾਕਤ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉੱਥੋਂ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਨੂੰ ਅਸੀਂ ਸਵੀਕਾਰ ਕਰਦੇ ਹਾਂ। ਔਰ ਮੇਰਾ ਖਿਆਲ ਹੈ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਉੱਥੇ ਗਏ ਸੀ, ਉਹਨਾਂ ਨੇ ਜਾ ਕੇ ਉੱਥੇ ਭੁਗਤਿਆ, ਉਹਨਾਂ ਨੇ ਸੇਵਾ ਕੀਤੀ ਹੈ, ਉਹਨਾਂ ਨੇ ਆਪਣੀ ਜੋ ਤਨਖਾਹ ਲਾਈ ਸੀ ਉਹਨੂੰ ਭੁਗਤਿਆ। ਪਰ ਹੋਰ ਕੋਈ ਜਿਹੜੇ ਕਾਂਗਰਸੀ ਸੀ ਕੋਈ ਨਹੀਂ ਗਿਆ। ਇਹਦਾ ਮਤਲਬ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੇਵਲ ਫਿਰ ਅਕਾਲੀ ਦਲ ਹੀ ਮੰਨਦਾ ਹੋਇਆ ਨਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੇਵਲ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਮੰਨਦਾ ਹੋਇਆ ਨਾ। ਕੋਈ ਵੀ ਸਜ਼ਾ ਹੋਵੇ, ਕੋਈ ਵੀ ਤਨਖਾਹ ਲਾਵੇ, ਕੋਈ ਵੀ ਉੱਥੇ ਸੇਵਾ ਲਾਵੇ, ਉਹ ਸ਼੍ਰੋਮਣੀ ਅਕਾਲੀ ਦਲ ਜਾ ਕੇ ਖਿੜੇ ਮੱਥੇ ਸਵੀਕਾਰ ਕਰਦਾ। ਸੋ ਇਹ ਸਿੱਖੀ ਦੇ ਸਿਧਾਂਤ ਨੂੰ ਤੇ ਸਾਨੂੰ ਪਾਲਣਾ ਹੀ ਪਏਗਾ। ਜਿਹੜਾ ਹੁਣ ਅਰਦਾਸ ਵਾਲਾ ਜਿਹੜਾ ਮਸਲਾ ਹੈ ਹੁਣ, ਜਿਵੇਂ ਉਹ ਵਿਅਕਤੀ ਅਰਦਾਸ ਕਰ ਰਿਹਾ ਹੈ, ਤੁਸੀਂ ਕਹਿ ਰਹੇ ਹੋ ਉਸ ਦੇ ਪਿੱਛੇ ਕਿਸੇ ਦੀ ਸਾਜ਼ਿਸ਼ ਹੈ ਤੇ ਸਰਕਾਰ ਦੇ ਉੱਪਰ ਤੁਸੀਂ ਉਂਗਲ ਉਠਾਈ ਹੈ ਕਿ ਸਰਕਾਰ ਨੂੰ ਕਰਨਾ ਚਾਹੀਦਾ ਹੈ, ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੀ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਉਸ ਕੇਸ ਦੀ ਪੈਰਵਾਈ ਕਰੇਗੀ, ਕਿ ਧਿਆਨ ਰੱਖੇਗੀ ਕਿ ਵਾਕਈ ਉਹ ਬੰਦਾ ਕੌਣ ਸੀ, ਕਿੱਥੋਂ ਆਇਆ, ਉਸਨੇ ਅਰਦਾਸ ਕਿਉਂ ਕੀਤੀ ਤੇ ਆਖਰਕਾਰ ਉਸ ਦੇ ਉੱਪਰ ਸਰਕਾਰ ਕੀ ਪੈਰਵਾਈ ਕਰ ਰਹੀ ਹੈ ਉਸਦੇ, ਕਿਉਂਕਿ ਬਹੁਤੇ ਸਾਰੇ ਜਿਹੜੇ ਕੇਸ ਨੇ ਉਹ ਕੇਸ ਹੁੰਦੇ ਨੇ ਬਾਅਦ 'ਚ ਖਾਰਜ ਹੋ ਜਾਂਦੇ। ਦੇਖੋ, FIR ਦਰਜ ਕਰਵਾਈ ਹੈ ਕਿਸੇ ਗੁਰਮੁਖ ਪਿਆਰੇ ਨੇ, ਬਹੁਤ ਚੰਗੀ ਗੱਲ ਹੈ। ਜਿਹੜਾ ਮੌਕੇ 'ਤੇ ਜਾ ਕੇ ਉਹਨੇ ਕਰਾ ਦਿੱਤੀ ਤੇ ਮੌਕੇ 'ਤੇ ਫੜਿਆ ਗਿਆ ਉਹ, ਤੇ ਮੈਂ ਉਹਦਾ ਵੀ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਮੌਕੇ 'ਤੇ ਜਾ ਕੇ ਇੱਕਦਮ ਉਹਨੂੰ ਅਰੈਸਟ ਕਰਾਤਾ। ਹੋ ਸਕਦਾ ਕਿ ਠਹਿਰ ਕੇ ਹੁੰਦਾ ਹੀ ਨਾ, ਪਰ ਇਹ ਬਾਣੇ ਦੇ ਰੂਪ ਵਿੱਚ ਜਿਹੜਾ ਵਿਅਕਤੀ ਇਹੋ ਜਿਹੀ ਗਲਤੀ ਕਰਦਾ, ਮੈਂ ਸਮਝਦੀ ਹਾਂ ਕਿ ਉਹ ਗੁਰੂ ਵਾਲਾ ਨਹੀਂ ਹੈ, ਉਹ ਨਿਗੁਰਾ। ਉਹਨੂੰ ਤੇ ਉੱਥੇ ਪਲਾਂਟ ਕੀਤਾ ਗਿਆ। ਮੈਂ ਉਹ ਸ਼ਬਦ ਬਾਰ-ਬਾਰ ਕਹਾਂ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹ ਵਿੱਚ ਸ਼ਾਮਲ ਹੋ ਰਹੀਆਂ। ਕਿਹੜੀਆਂ ਤਾਕਤਾਂ ਨੇ? ਉਹ ਇੱਕੋ ਤਾਕਤ ਹੈ ਜਾਂ ਜ਼ਿਆਦੀਆਂ? ਤਾਕਤਾਂ ਤੇ ਬੜੀਆਂ ਲੱਭ ਜਾਣਗੀਆਂ ਜੀ। ਪਹਿਲਾਂ ਤਾਂ ਉਹ ਤੋਂ ਪਤਾ ਲੱਗਿਆ ਵੀ ਕਿਹੜੀ ਤਾਕਤ ਸੀ ਜਿਹਨੇ ਉੱਥੇ ਵਾੜਿਆ। ਜਿਹੜੀ ਦੋ ਥਾਂ ਤੇ ਅਰਦਾਸ ਹੋ ਰਹੀ ਹੈ ਜੀ, ਇੱਕ ਨਿਹੰਗ ਸਿੰਘ ਕਰ ਰਿਹਾ, ਇੱਕ ਹੋਰ ਵੀ ਕੋਈ ਅਰਦਾਸ ਕਰ ਰਿਹਾ। ਇਹ ਤਾਂ ਕਰ ਰਿਹਾ ਸੀ। ਮੈਂ ਦੋ ਥਾਵਾਂ ਤੇ ਉੱਦਾਂ ਦੀ ਅਰਦਾਸ ਸੁਣੀ ਹੈ ਜੀ। ਇੱਕ ਤੇ ਜਾਤਾਂ ਪਾਤਾਂ ਵਾਲੀ ਗੱਲ, ਇੱਕ ਦੂਜੀ ਗੱਲ ਸੀ। ਤੇ ਸੋ ਅਫਸੋਸ ਹੈ ਜੀ, ਮੈਂ ਤਾਂ ਇੱਕੋ ਗੱਲ ਕਹਿੰਦੀ ਹੈ ਕਿ ਕੂੜ ਨਿਖੁੱਟਾ ਨਾਨਕਾ ਓੜਕ ਸੱਚ ਰਹੀ। ਸੱਚ ਕੱਢ ਲੈਣਾ ਚਾਹੀਦਾ ਹੈ ਤਾਂ ਜੋ ਕੌਮ ਨੂੰ ਰਸਤਾ ਮਿਲੇ ਵੀ ਕਿਹੜੇ ਪਾਸੇ ਸ਼ਰਾਰਤਾਂ ਹੋ ਰਹੀਆਂ, ਕਿਹੜੇ ਪਾਸੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਕਿਹੜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਕੋਈ ਹੋਵੇ, ਭਾਵੇਂ ਕੋਈ ਸਿਆਸੀ ਹੋਵੇ, ਭਾਵੇਂ ਕੋਈ ਆਮ ਵਿਅਕਤੀ ਹੋਵੇ, ਭਾਵੇਂ ਕੋਈ ਹੋਵੇ, ਜਦ ਤੱਕ ਇਹ ਲੋਕਾਂ ਦੇ ਸਾਹਮਣੇ ਸੱਚਾਈ ਨਹੀਂ ਆਉਂਦੀ, ਲੋਕਾਂ ਦਾ ਮਨ ਠੰਡਾ ਨਹੀਂ ਹੋ ਸਕਦਾ। ਬੀਬੀ ਜੀ, ਹੁਣ ਮੁੱਦੇ ਕਈ ਨੇ। ਜੇਕਰ ਪੰਥ ਦੀ ਗੱਲ ਕਰੀਏ, ਇੱਕ ਪਾਸੇ ਤਾਂ ਬੇਅਦਬੀ ਵਾਲਾ ਮੁੱਦਾ ਹੈ ਜਿਸ ਦੇ ਨਾਲ ਲਗਾਤਾਰ ਸਿੱਖਾਂ ਦੇ ਮਨ ਜਿਹੜੇ ਆ ਉਹ ਬੜੇ ਦੁਖੀ ਨੇ। ਦੂਜੇ ਪਾਸੇ ਇਸ ਕਰਕੇ ਵੀ ਦੁਖੀ ਹੈ, ਕਈ ਇਲਾਕਿਆਂ ਦੇ ਵਿੱਚ ਧਰਮ ਤਬਦੀਲ ਵੀ ਹੋ ਰਹੇ ਨੇ। ਦੂਜੇ ਪਾਸੇ ਬਹੁਤ ਸਾਰੇ ਸਿੱਖ ਬੱਚੇ ਉਹ ਨੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਨੇ। ਸਾਡੇ ਧਾਰਮਿਕ ਆਗੂ ਜਿਹੜੇ ਸਾਡੇ ਲੀਡਰ ਨੇ, ਪੰਥਕ ਲੀਡਰ ਜਿਹੜੇ ਮੰਨੇ ਜਾਂਦੇ ਨੇ, ਉਹਨਾਂ ਦੇ ਬੱਚੇ ਵੀ ਪਤਿਤ ਪੁਣੇ ਵੱਲ ਜਾ ਰਹੇ ਨੇ। ਕੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਰਵੇਖਣ ਕਰਾਇਆ ਜਾ ਰਿਹਾ, ਕੋਈ ਯਤਨ ਕੀਤਾ ਜਾ ਰਿਹਾ ਕਿ ਐਸਾ ਕਿਉਂ ਹੋ ਰਿਹਾ ਹੈ, ਪਤਿਤ ਪੁਣਾ ਕਿਉਂ ਫੈਲ ਰਿਹਾ ਹੈ, ਸਿੱਖ ਧਰਮ ਨੂੰ ਕਿਉਂ ਛੱਡਦੇ ਜਾ ਰਹੇ? ਦੇਖੋ, ਮੈਂ ਕਈ ਵਾਰੀ ਪਹਿਲਾਂ ਵੀ ਕਿਹਾ ਵੀ ਧਰਮ ਦੇ ਪ੍ਰਚਾਰ ਵਿੱਚ ਕਮੀ ਤਾਂ ਹੋ ਸਕਦੀ ਹੈ, ਵੀ ਹੋ ਸਕਦਾ ਸਹੀ ਪ੍ਰਚਾਰ ਜਿਹੜਾ ਕਨਵਿੰਸਿੰਗ ਹੋਵੇ ਬੱਚਿਆਂ ਨੂੰ, ਜਾਂ ਜਿਹੜਾ ਸਾਨੂੰ ਅੱਜ ਦੇ ਸੋਸ਼ਲ ਮੀਡੀਆ ਰਾਹੀਂ ਜਾਂ ਆਨਲਾਈਨ ਜਾਂ ਕੋਈ ਕੀ ਕਹੀਦਾ ਟੈਕਨੋਲੋਜੀ ਜਿਹੜੀ ਹੈ ਐਡਵਾਂਸਡ, ਉਹਦੇ ਰਾਹੀਂ ਨਾ ਪਹੁੰਚ ਸਕਦਾ ਹੋਵੇ। ਪਰ ਅੱਜ ਗੁਰਦੁਆਰਿਆਂ ਵਿੱਚ ਥਾਂ ਥਾਂ ਦੇ ਉੱਤੇ ਗੁਰਬਾਣੀ ਚੱਲਦੀ ਹੈ, ਗੁਰਮਤਿ ਪ੍ਰਚਾਰ ਚੱਲਦਾ ਹੈ। ਜੇ ਅਸੀਂ ਇਹ ਕਹਿ ਦਈਏ ਕਿ ਪ੍ਰਚਾਰ ਨਹੀਂ ਹੈਗਾ, ਪ੍ਰਚਾਰ ਤਾਂ ਹੈ, ਪਰ ਮੈਂ ਇਹ ਗੱਲ ਮੈਂ ਮੰਨਦੀ ਹਾਂ ਕਿ ਜਿਹੜਾ ਸਹੀ ਪ੍ਰਚਾਰ ਜਾਣਾ ਚਾਹੀਦਾ, ਬਹੁਤ ਸਾਰੇ ਥੰਮ ਦੇ ਤੋਂ ਨਹੀਂ ਜਾਂਦਾ। ਕੋਈ ਕਿਸੇ ਢੰਗ ਦੀ ਕਹਿੰਦਾ ਇਹ ਮਰਿਆਦਾ ਹੈ, ਕੋਈ ਕਿਸੇ ਢੰਗ ਦੀ ਇਹ ਮਰਿਆਦਾ, ਕੋਈ ਬਾਣੀ ਨੂੰ ਇੱਦਾਂ ਪੜ੍ਹਨਾ ਚਾਹੀਦਾ, ਕੋਈ ਨੂੰ ਇੱਦਾਂ ਕਰਨਾ ਚਾਹੀਦਾ, ਨਿਤਨੇਮ ਇੰਨਾ ਕਰਨਾ ਚਾਹੀਦਾ, ਨਿਤਨੇਮ ਮਤਲਬ ਕਹਿਣ ਤੋਂ ਭਾਵ ਇਹ ਭੰਬਲ ਭੁੱਸੇ ਸਿੱਖਾਂ 'ਚ ਪਏ। ਉਹ ਬੱਚਾ ਜਿਹੜਾ ਅੱਜ ਦਾ ਹੈ, ਉਹ ਬੱਚਾ ਬੜਾ ਐਡਵਾਂਸ ਹੈ। ਉਹ ਬੱਚੇ ਦੇ ਮਨ 'ਚ ਭੁਲੇਖੇ ਪੈ ਜਾਂਦੇ ਆ ਵੀ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਇਸ ਤਰ੍ਹਾਂ ਚੱਲੋ, ਇਸ ਤਰ੍ਹਾਂ ਚੱਲੋ। ਉਹ ਚੀਜ਼ਾਂ ਜਿਹੜੀਆਂ ਉਹ ਲਾਈਕ ਨਹੀਂ ਕਰਦਾ। ਤੁਸੀਂ ਕਹਿੰਦੇ ਹੋ ਵੀ ਇਕਜੁੱਟਤਾ ਨਹੀਂ ਹੈ, ਸਾਡੀ ਇਕਜੁੱਟਤਾ ਦੀ ਕਮੀ ਹੋਣ ਕਰਕੇ ਬੱਚੇ ਜਿਹੜੇ ਆ ਉਹ ਦੂਜੇ ਪਾਸੇ ਜਾ ਰਹੇ। ਦੂਜੀ ਗੱਲ,
ਅਸੀਂ ਮਾਂ ਪਿਓ ਵੀ ਅਸੀਂ ਅਵੇਸਲੇ ਹਾਂ। ਕੋਈ ਸਮੇਂ ਸੀ ਮਾਂ ਬਾਪ ਜਿਹੜਾ ਸੀਗਾ ਉਹ ਬੱਚੇ ਨੂੰ ਆਪ ਵੀ ਸਿੱਖਿਅਤ ਸੀ ਤੇ ਬੱਚੇ ਨੂੰ ਸਿੱਖਿਅਤ ਕਰਦਾ ਸੀਗਾ। ਦੇਖੋ ਘਰ ਤੋਂ ਚੱਲਦੀ ਹੈ ਅਸਲੀ ਗੱਲ। ਅਸਲੀ ਹਰ ਸਿੱਖ ਦੀ ਜ਼ਿੰਮੇਵਾਰੀ ਬਣਦੀ, ਇਕੱਲੀ ਸ਼੍ਰੋਮਣੀ ਕਮੇਟੀ ਦੀ ਨਹੀਂ। ਮੈਂ ਇਹ ਗੱਲ ਕਹਿਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ, ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰਨੇ ਹੈ, ਗੁਰਮਤਿ ਦੇ ਪਹਿਰੇਦਾਰੀ ਕਰਨੀ ਹੈ, ਗੁਰਦੁਆਰੇ ਦੀ ਸਾਂਭ ਸੰਭਾਲ ਕਰਨੀ ਹੈ। ਸਮਾਜ ਵਿੱਚ ਭੀੜ ਪੈ ਜੇ, ਕੋਈ ਦੁੱਖ ਆ ਜੇ, ਕੋਈ ਤਕਲੀਫ ਆ ਜੇ, ਉਹਦੇ ਵਿੱਚ ਜਾ ਕੇ ਇਮਾਨਦਾਰੀ ਦੀ ਸੇਵਾ ਕਰਨੀ ਹੈ। ਉਹ ਚੀਜ਼ਾਂ ਉਹ ਗੱਲ ਠੀਕ ਹੈ, ਤੁਸੀਂ ਸੇਵਾ ਕਰ ਰਹੇ ਹੋ, ਸੇਵਾ ਤੁਸੀਂ ਕਰ ਰਹੇ ਹੋ। ਲੋਕ ਜਿਹੜੇ ਨੇ ਉਹ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨੇ ਕਿ ਮਾਂ ਦੀ ਗੋਦ ਬੱਚੇ ਦਾ ਪਹਿਲਾ ਸਕੂਲ ਹੁੰਦੀ ਹੈ, ਘਰ ਤੋਂ ਹੀ ਸਿੱਖਿਆ ਦੇਣੀ ਚਾਹੀਦੀ ਹੈ। ਪਰ ਉੱਥੇ ਲੋਕ ਸਵਾਲ ਖੜੇ ਕਰਦੇ ਨੇ, ਆਮ ਤੌਰ ਤੇ ਇਹ ਸਵਾਲ ਕੀਤੇ ਜਾਂਦੇ ਨੇ ਕਿ ਬਹੁਤ ਸਾਰੇ ਜਿਹੜੇ ਸਿੱਖ ਪੰਥਕ ਆਗੂ ਨੇ ਉਹਨਾਂ ਦੇ ਬੱਚੇ ਵੀ ਪਤਿਤ ਹੋ ਰਹੇ ਨੇ। ਉਹ ਜਿਹੜੇ ਪਰਿਵਾਰ ਨੇ ਜਿਹੜੇ ਪੰਥਕ ਅਖਵਾਉਂਦੇ ਨੇ ਉਹ ਤਾਂ ਸਿੱਖੀ ਤੋਂ ਜਾਣੂ ਨੇ। ਦੇਖੋ ਪੰਥਕ ਅਖਵਾਉਣਾ ਹੋਰ ਗੱਲ ਹੈ, ਪਰ ਪੰਥਕ ਬਣਨਾ ਹੋਰ ਗੱਲ ਹੈ। ਸਿਆਸਤ ਵਿੱਚ ਦੁਨੀਆ ਦੀ ਵੋਟ ਲੈ ਕੇ ਬੰਦਾ ਤਾਕਤਵਰ ਹੋ ਸਕਦਾ ਹੈ, ਪਰ ਗੁਰੂ ਦੀ ਗੋਦ ਵਿੱਚ ਬੈਠ ਕੇ ਤਾਕਤਵਰ ਹੋਣਾ ਉਹ ਬਾਣੀ ਨਾਲ ਹੀ ਹੋ ਸਕਦਾ। ਜਦੋਂ ਗੁਰੂ ਨੂੰ ਪ੍ਰਵਾਨ ਹੋਣਾ ਨਾ ਜੀ, ਉਹਨੇ ਜਦ ਤੱਕ ਰਹਿਤ ਮਰਿਆਦਾ 'ਚ ਨਹੀਂ ਆਉਣਾ, ਜਦ ਤੱਕ ਬਾਣੀ ਨਾਲ ਨਹੀਂ ਜੁੜਨਾ, ਜਦ ਤੱਕ ਮਰਿਆਦਾ 'ਚ ਨਹੀਂ ਰਹਿਣਾ, ਉਦੋਂ ਤੱਕ ਉਹਨੂੰ ਤਾਕਤ ਨਹੀਂ ਮਿਲ ਸਕਦੀ, ਸ਼ਕਤੀ ਨਹੀਂ ਮਿਲ ਸਕਦੀ। ਜੋ ਗੁਰੂ ਦੀ ਬਖਸ਼ਿਸ਼ ਹੈ ਉਹ ਗੁਰੂ ਨਾਲ ਜੁੜ ਕੇ ਹੀ ਮਿਲਣੀ ਹੈ। ਸੋ ਮੈਂ ਸਮਝਦੀ ਹਾਂ ਕਿ ਅੱਜ ਲੋਕਾਂ ਦੀ ਜਿਹੜੀ ਦੌੜ ਲੱਗ ਗਈ ਹੈ ਕੁਰਸੀ ਦੀ, ਸਿਆਸਤ ਵਿੱਚ ਮੈਨੂੰ ਆਹ ਕੁਰਸੀ ਮਿਲ ਜੇ, ਮੈਂ ਕਰੋੜਾਂਪਤੀ ਹੋ ਜਾ, ਮੈਂ ਅਰਬਾਂਪਤੀ ਹੋ ਜਾ। ਸਮੇਂ ਸੀ ਭਾਈ ਤਾਰੂ ਸਿੰਘ ਜੀ ਵਰਗੇ ਤੇ ਕੇਸ ਨਹੀਂ ਕਤਲ ਕਰਨ ਦਿੱਤੇ ਸੀ ਤੇ ਸ਼ਹੀਦੀ ਪਾ ਗਏ, ਬੰਦ ਕਟਵਾ ਗਏ। ਜੇ ਅਸੀਂ ਉਹ ਇਤਿਹਾਸ ਕਿਤੇ ਬੱਚਿਆਂ ਨੂੰ ਸੁਣਾ ਦਈਏ ਤਾਂ ਸ਼ਾਇਦ ਕੋਈ ਕੇਸ ਕਤਲ ਨਾ ਕਰੇ, ਪਰ ਉਹ ਇਤਿਹਾਸ ਵਸਾਉਣਾ ਪਏਗਾ ਉਹਦੇ ਮਨਾਂ ਵਿੱਚ। ਜਾਂ ਤਾਂ ਗੁਰਦੁਆਰੇ 'ਚ ਬੈਠ ਕੇ ਜਿਹੜਾ ਪਾਠੀ ਹੈ, ਜਿਹੜਾ ਪ੍ਰਚਾਰਕ ਹੈ, ਉਹ ਇੰਨਾ ਕੁ ਬੱਚੇ ਨੂੰ ਇਮੋਸ਼ਨਲ ਕਰ ਦੇਵੇ, ਕਿਉਂਕਿ ਸਿੱਖੀ ਹੈ ਹੀ ਇਮੋਸ਼ਨਲ ਨਾਲ। ਇਹਨੇ ਇਮੋਸ਼ਨਲ ਹੋ ਕੇ ਗੁਰੂ ਨਾਲ ਜੁੜਨਾ। ਜਦ ਤੱਕ ਉਹਨੂੰ ਸਹੀ ਉਹਦੇ ਅੰਦਰ ਨਹੀਂ ਨਾ ਵੜਦਾ ਵਿਚਾਰ, ਉਨ ਚਿਰ ਉਹਦਾ ਮਨ ਨਹੀਂ ਬਣਦਾ। ਬੀਬੀ ਜੀ, ਆਸਟ੍ਰੇਲੀਆ ਦੀ ਗੱਲ ਕਰਦੇ ਹੁਣ, ਵਿਦੇਸ਼ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਮੁੱਦਾ ਉੱਠਿਆ ਹੋਇਆ ਹੈ, ਕਿਰਪਾਨ ਦਾ ਮਸਲਾ ਉੱਠਿਆ ਹੋਇਆ ਹੈ। ਕਿਰਪਾਨ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਸਿਡਨੀ ਦੇ ਵਿੱਚ ਪੂਰੀ ਇੱਕ ਸਟੇਟ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਬੱਚੇ ਜਿਹੜੇ ਹੈ ਉਹ ਸਕੂਲ ਦੇ ਵਿੱਚ ਕਿਰਪਾਨ ਪਾ ਕੇ ਨਹੀਂ ਜਾ ਸਕਦੇ। ਕੇਵਲ ਬੱਚੇ ਨੇ, ਉਹਨਾਂ ਦੇ ਮਾਂ-ਬਾਪ ਨੇ ਵੀ ਜੇਕਰ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਲੈਣ ਜਾਣਾ ਹੋਵੇ, ਉਹਨਾਂ 'ਤੇ ਵੀ ਪਾਬੰਦੀ ਹੈ, ਭਾਵੇਂ ਕਿ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਸਿੱਖ ਬੱਚੇ ਦੇ ਵੱਲੋਂ ਕਿਰਪਾਨ ਮਾਰੀ ਗਈ, ਉਸ ਦੀ ਤਹਿ ਦੀ ਜਾਣਕਾਰੀ ਤੁਹਾਨੂੰ ਮਿਲੀ ਹੈ ਕਿ ਆਖਰਕਾਰ ਉਹ ਵਜ੍ਹਾ ਕੀ ਹੋਈ? ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ? ਸਭ ਤੋਂ ਪਹਿਲਾਂ ਤਾਂ ਬਹੁਤ ਨਿੰਦਣਯੋਗ ਘਟਨਾ, ਜਿਹੜਾ ਸਾਨੂੰ ਅੱਜ ਤੋਂ ਤੁਸੀਂ ਹਿਸਾਬ ਲਾਓ ਵੀ 350 ਸਾਲ ਪਹਿਲਾਂ, 350 ਸਾਲ ਪਹਿਲਾਂ ਇਹ ਸਰੂਪ ਪ੍ਰਾਪਤ ਹੋਇਆ ਖਾਲਸੇ ਦਾ। ਇਹ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਨੂੰ ਅਧੂਰਾ ਸਮਝਦੇ ਹਾਂ। ਗੁਰੂ ਤੋਂ ਅਸੀਂ ਗੁਰੂ ਦੇ ਨਾਲ ਨਹੀਂ ਜੁੜਨਾ ਸਮਝਦੇ, ਅਸੀਂ ਗੁਰੂ ਵਾਲੇ ਨਹੀਂ ਬਣੇ। ਤੇ ਜੇ ਬੱਚੇ ਨੇ ਕਿਰਪਾਨ ਪਾਈ ਹੈ, ਉਹਨੇ ਜੇ ਸਿੱਖ ਬੱਚੇ ਨੇ ਉਸਦੀ ਵਰਤੋਂ ਕੀਤੀ ਹੈ, ਉਹ ਕਿਉਂ ਕੀਤੀ ਹੈ? ਪਹਿਲਾਂ ਗੱਲ ਸੋਚਣ ਦੀ ਹੈ। ਉਹਨੇ ਇਸ ਲਈ ਨਹੀਂ ਕੀਤੀ ਕਿ ਉਹਦੀ ਕੋਈ ਦੁਸ਼ਮਣੀ ਸੀ ਕਿਸੇ ਨਾਲ, ਉਹਨੇ ਇਸ ਲਈ ਨਹੀਂ ਕੀਤੀ ਕਿ ਮੈਂ ਜਾਣ ਕੇ ਕਰਾਂ, ਸ਼ਰਾਰਤ ਕਰਾਂ। ਉਹਨੂੰ ਮੈਂ ਸੁਣੀ ਹੈ ਕਿ ਉਹਦੀ ਬੁਲਿੰਗ ਕੀਤੀ ਜਾ ਰਹੀ ਸੀ। ਇੱਕ ਸਕੂਲ ਦੇ ਵਿੱਚ ਜਦੋਂ ਬੱਚੇ ਦੇ ਨਾਲ ਮਾੜੀਆਂ ਹਰਕਤਾਂ ਕੀਤੀਆਂ ਜਾਣ, ਉਹਨੂੰ ਬੁਲਿੰਗ ਕੀਤਾ ਜਾਵੇ, ਛੇੜਛਾੜ ਕੀਤੀ ਜਾਵੇ, ਉਹਨੂੰ ਬੱਚਾ ਨੈਚੁਰਲੀ ਹੈ ਕਿ ਉਹਦੇ ਕੋਲ ਫਿਰ ਹੋਰ ਕੁਛ ਨਹੀਂ ਚਾਰਾ ਚੱਲਦਾ। ਉਹਨੇ ਸੋਚਿਆ ਕਿ ਮੈਂ ਆਪਣੇ ਕੋਲ ਜੋ ਸ਼ਸਤਰ ਹੈ ਉਹਨੂੰ ਵਰਤ ਲਵਾਂ। ਮੈਂ ਨਹੀਂ ਕਹਿੰਦੀ ਕਿ ਉਹਨੂੰ ਵਰਤ ਲੈਣਾ ਚਾਹੀਦਾ, ਪਰ ਜਦੋਂ ਉਹਦੀ ਆਪਣੀ ਜਾਨ ਨੂੰ ਖਤਰਾ ਹੋਇਆ ਹੋਵੇ, ਆਪ ਦੁਖੀ ਹੋਇਆ ਹੋਵੇ, ਤੇ ਫਿਰ ਗੁਰੂ ਪਾਤਸ਼ਾਹ ਨੇ ਆਪਣੇ 'ਤੇ ਹੋਏ ਹਮਲੇ ਨੂੰ ਬਚਾਉਣ ਲਈ ਉਹਨੇ ਵਰਤ ਲਿਆ। ਚਲੋ ਮੰਨ ਲਓ ਵੀ ਗਲਤੀ ਕੀਤੀ, ਉਹਨੇ ਵਰਤ ਲਿਆ। ਉਹਨੇ ਕਿਉਂ ਵਰਤਿਆ? ਇਹਦਾ ਫਿਰ ਹੋਣਾ ਚਾਹੀਦਾ ਇੱਕ ਇਹ ਜਿਹੜੀ ਇਨਵੈਸਟੀਗੇਸ਼ਨ ਔਰ ਇੱਕ ਕੋਰਟ ਵਿੱਚ ਕੇਸ ਜਿਹੜੀ ਹੈ ਨਾ, ਇਹਦੀ ਚੱਲਣਾ ਚਾਹੀਦਾ। FIR ਤਾਂ ਹੋ ਗਈ ਹੈ, ਹੁਣ ਉਹ ਕੋਰਟ ਫੈਸਲਾ ਕਰੇਗਾ ਕਿ ਬੱਚਾ ਕਿਹੜਾ ਗਲਤ ਹੈ। ਆਇਆ ਮਾਰਨ ਵਾਲਾ ਗਲਤ ਹੈ ਕਿ ਜਿਹਨੇ ਉਹ ਸ਼ਰਾਰਤ ਕੀਤੀ ਸੀ ਉਹ ਗਲਤ ਹੈ? ਉਹਦੀ ਤਾਂ ਜ਼ਿੰਦਗੀ ਨੂੰ ਖਤਰਾ ਪਾਇਆ ਨਾ। ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਲੱਗੀ ਹੋਈ ਹੈ ਇਸ ਮਾਮਲੇ ਦੇ ਵਿੱਚ। ਇਹ ਮਾਮਲਾ ਸੁਲਝ ਜੇ, ਪਾਬੰਦੀ ਹਟਾਈ ਜਾ ਸਕੇ। ਤੁਹਾਡੇ ਟੱਚ ਦੇ ਵਿੱਚ ਨੇ ਉਹ ਲੋਕ? ਕੀ ਜਾਣਕਾਰੀ, ਕੀ ਅਪਡੇਟਸ ਨੇ? ਦੇਖੋ, ਮੈਨੂੰ ਭੌਰ ਸਾਹਿਬ ਨੇ ਫੋਨ ਕੀਤਾ ਸੀ ਕੱਲ੍ਹ, ਕਿਉਂਕਿ ਅਸੀਂ ਤਾਂ ਚਿੱਠੀ ਲਿਖੀ ਉਸ ਦੇ ਹਾਈ ਕਮਿਸ਼ਨ ਨੂੰ ਵੀ ਭੇਜੀ ਹੈ ਕਿ ਇਹਨੂੰ ਜਰਾ ਆਪ ਤਹਿ ਤੱਕ ਜਾ ਕੇ ਪਤਾ ਕਰੋ ਵੀ ਕਾਰਨ ਕੀ ਬਣਿਆ ਅਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ। ਇਹ ਕਿਰਪਾਨ ਬੰਦ ਨਹੀਂ ਹੋਣੀ ਚਾਹੀਦੀ। ਹਾਂ, ਉਹਦਾ ਆਕਾਰ ਕਿੰਨਾ, ਜਿੱਦਾਂ ਸਾਨੂੰ 6 ਇੰਚੀ ਕਹੀ ਗਈ ਹੈ, ਸਰਕਾਰ ਇਹ ਤਾਂ ਕਹਿ ਸਕਦੀ ਹੈ ਵੀ 3 ਇੰਚੀ ਪਾਓ, 4 ਇੰਚੀ ਪਾਓ, 6 ਇੰਚੀ ਪਾਓ। ਇਹ ਨਹੀਂ ਕਰ ਸਕਦੀ ਕਿ ਬੰਦ ਕਰ ਦਿਓ। ਇਹ ਬੰਦ ਨਹੀਂ ਕਰ ਸਕਦੇ, ਕਿਉਂਕਿ ਸਾਡੇ ਸਿਧਾਂਤ 'ਤੇ ਸਿੱਧਾ ਹਮਲਾ, ਸਾਡੇ ਧਰਮ ਦੇ ਉੱਤੇ ਸਿੱਧਾ ਹਮਲਾ,
ਕਿਉਂਕਿ ਸਾਡੇ ਆਸਥਾ ਹੈ, ਸਾਡੀ ਸ਼ਰਧਾ ਹੀ ਨਹੀਂ, ਸਾਡੀ ਆਸਥਾ ਹੈ, ਸਾਡੀ ਜ਼ਿੰਦਗੀ ਇਹਨਾਂ ਜੁੜੀ ਹੈ। ਸਾਡਾ ਇਹ ਪਹਿਰਾਵਾ ਹੀ ਨਹੀਂ, ਸਾਡੇ ਗੁਰੂ ਦੀ ਮੋਹਰ ਜਾਣੀ ਜਾਂਦੀ ਹੈ ਕਿ ਜਦੋਂ ਸਾਨੂੰ ਗੁਰੂ ਨੇ ਮੋਹਰਾਂ ਦਿੱਤੀਆਂ ਨੇ, ਕਕਾਰ ਪੰਜ ਦਿੱਤੇ ਹੈ, ਅਸੀਂ ਆਪਣੇ ਨੂੰ ਸੰਪੂਰਨ ਖਾਲਸੇ ਦੇ ਰੂਪ ਵਿੱਚ ਤੁਰਦੇ ਹਾਂ, ਅਤੇ ਉਸ ਵੇਲੇ ਫਿਰ ਸਾਡੀ ਆਸਥਾ ਨੂੰ ਸੱਟ ਵੱਜਦੀ ਹੈ। ਸੋ ਮੈਂ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਦੇ ਐਕਸਟਰਨਲ ਮਿਨਿਸਟਰ ਨੂੰ ਵੀ ਚਿੱਠੀ ਲਿਖੀ ਹੈ ਵੀ ਇਹਦੀ ਪੂਰੀ ਘੋਖ ਕੀਤੀ ਜਾਵੇ ਔਰ ਇਨਸਾਫ ਦਿਵਾਉਣ ਵਾਸਤੇ, ਆਪਣੀ ਲੜਾਈ ਲੜਨ ਵਾਸਤੇ ਤੁਸੀਂ ਹੋਵੋ। ਅਸੀਂ ਦੇ ਨਾਲ ਹੈ ਹੀ ਹਾਂ, ਲੇਕਿਨ ਜਦੋਂ ਸਰਕਾਰਾਂ ਰਹੀ ਗੱਲ ਕਰਦੀਆਂ ਉਦੋਂ ਜ਼ਿਆਦਾ ਅਸਰ ਹੁੰਦਾ। ਅਸੀਂ ਵੀ ਹਾਈ ਕਮਿਸ਼ਨ ਨੂੰ ਵੀ ਚਿੱਠੀ ਲਿਖੀ ਹੈ। ਹੁਣ ਮੈਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਉਹ ਜਥੇਬੰਦੀ ਹੈ ਉਹਨਾਂ ਨੂੰ ਵੀ ਕਹਾਂਗੀ ਕਿ ਸਾਡੇ ਲਈ ਕੋਈ ਗੱਲ ਹੋਵੇ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਤੁਰਾਂਗੇ। ਮੈਨੂੰ ਉਹਨਾਂ ਦੱਸਿਆ ਸੀਗਾ ਭੌਰ ਸਾਹਿਬ ਨੇ ਕਿ ਉਹਨਾਂ ਦਾ ਬੇਟਾ ਉੱਥੇ ਹੈ, ਅਤੇ ਉਹ ਫਿਰ ਉਹਨਾਂ ਦੱਸਿਆ, ਮੈਂ ਉਹਨੂੰ ਪੁੱਛਿਆ ਵੀ ਹੋਇਆ ਕੀ ਹੈ, ਕਹਿੰਦੇ ਜੀ ਉਹਨਾਂ ਦੱਸਿਆ ਸੀ ਵੀ ਇੱਦਾਂ ਬੱਚੇ ਨਾਲ ਕਿਤੇ ਬੁਲਿੰਗ ਕਰਦੇ ਸੀਗੇ ਅਤੇ ਬੱਚੇ ਨੂੰ ਗੁੱਸਾ ਆ ਗਿਆ, ਉਹਨੇ ਵਰਤ ਲਈ। ਚਲੋ ਮੰਨ ਲਓ FIR ਦਰਜ ਹੋ ਗਈ। ਇਹ ਹੁਣ ਕੋਰਟ ਦਾ ਮਸਲਾ, ਕੋਰਟ ਡਿਸਾਈਡ ਕਰੇ ਕੌਣ ਗਲਤ ਹੈ, ਕਿਹਨੇ ਗਲਤੀ ਕੀਤੀ ਹੈ। ਆਇਆ ਜੇ ਇਹਨੇ ਮਾਰੀ ਹੈ ਅਤੇ ਕਿਉਂ ਮਾਰੀ ਹੈ, ਕੋਰਟ ਡਿਸੀਜਨ ਦੇਗੀ। ਪਰ ਸਾਰੀ ਕੌਮ ਦੇ ਉੱਤੇ ਕਿਉਂ ਇਹ ਹਮਲਾ ਹੋਵੇ, ਸਾਰੇ ਬੱਚਿਆਂ 'ਤੇ ਕਿਉਂ ਹੋਵੇ, ਸਾਰੀ ਕੌਮ ਨੂੰ ਕਿਉਂ ਸਜ਼ਾ ਦਿੱਤੀ ਜਾਵੇ ਕਿ ਇਹਦੀ ਕਿਰਪਾਨ ਹੀ ਨਹੀਂ ਪਾਉਣ ਦੇਣੀ ਸੀ। ਇਹ ਤਾਂ ਸਾਡੇ 5 ਕਕਾਰ ਜਿਹੜੇ ਦਿੱਤੇ ਗੁਰੂ ਸਾਹਿਬ ਨੇ, ਮੋਹਰ ਦਿੱਤੀ ਹੈ, ਉਹਦੇ ਉੱਤੇ ਵੱਡਾ ਹਮਲਾ, ਸਾਡੇ ਸਿਧਾਂਤ 'ਤੇ ਹਮਲਾ, ਇਹ ਬਰਦਾਸ਼ਤ ਨਹੀਂ ਹੁੰਦਾ। ਵਰਲਡ ਬੁੱਕਸ ਆਫ ਰਿਕਾਰਡਸ ਦੇ ਵਿੱਚ ਤੁਹਾਡਾ ਨਾਮ ਸ਼ਾਮਲ ਹੋਇਆ ਹੈ ਇਸ ਕਰਕੇ ਕਿ ਤੁਸੀਂ ਬਹੁਤ ਸੇਵਾਵਾਂ ਕੀਤੀਆਂ ਨੇ। ਕਰੋਨਾ ਮਹਾਮਾਰੀ ਦੇ ਦੌਰਾਨ ਹਰ ਕੋਈ ਸੇਵਾ ਕਰ ਰਿਹਾ ਹੈ, ਹਰ ਪੰਥਕ ਜਥੇਬੰਦੀ ਲੱਗੀ ਹੋਈ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਸਿੱਖ ਸੇਵਾ ਕਰ ਰਿਹਾ ਹੈ। ਸਪੈਸ਼ਲੀ ਤੁਹਾਡਾ ਨਾਮ ਦਰਜ ਹੋਇਆ ਹੈ, ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਤਾਂ ਨਹੀਂ ਪਤਾ, ਗੁਰੂ ਰਾਮਦਾਸ ਦੇ ਘਰ ਦੀ ਵਡਿਆਈ ਹੈ। ਧੰਨ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਸੇਵਾਵਾਂ ਕਰਦੀ ਹੈ, ਅਤੇ ਅੱਜ ਕਿਉਂਕਿ ਇਹ ਬਿਮਾਰੀ ਬੜੀ ਖਤਰਨਾਕ ਹੈ, ਸੰਕਟ ਬਣੀ ਹੋਈ ਹੈ ਦੇਸ਼ ਵਾਸਤੇ, ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ। ਮੈਂ ਵੀ ਹੁਣੇ ਟੈਲੀਫੋਨ ਦੇ ਉੱਤੇ ਜਦੋਂ ਇਹ ਆਈ ਹੈ, ਨੈੱਟ ਰਾਹੀਂ ਦੇਖਿਆ, ਅਤੇ ਉਸ ਵੇਲੇ ਮੈਨੂੰ ਪਤਾ ਲੱਗਾ। ਮੈਨੂੰ ਇਹ ਵੀ ਨਹੀਂ ਪਤਾ ਵੀ ਕੌਣ ਭਰਾ ਨੇ ਜਿਨ੍ਹਾਂ ਨੇ ਬਣਾਈ ਹੋਊਗੀ ਸੰਸਥਾ ਜਾਂ ਕਿਹਨੇ ਕੀਤਾ। ਪਰ ਚਲੋ, ਜੇ ਕਿਸੇ ਨੇ ਇਹ ਸਮਝਿਆ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮਾਨਵਤਾ ਦੀ ਸੇਵਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੈ, ਅਤੇ ਜੇ ਉਹਨਾਂ ਨੇ ਉਸ ਸੰਸਥਾ ਨੂੰ ਇਹ ਸਤਿਕਾਰ ਦਿੱਤਾ ਤਾਂ ਮੈਂ ਧੰਨਵਾਦ ਕਰਦੀ ਹਾਂ। ਪਰ ਹੈ ਸਾਰੀ ਗੁਰੂ ਰਾਮਦਾਸ ਦੀ ਵਡਿਆਈ ਹੈ। ਬੀਬੀ ਜਗੀਰ ਕੌਰ ਦਾ ਇਹਦੇ ਵਿੱਚ ਕੁਛ ਨਹੀਂ, ਮੇਰਾ ਮੁਝ ਮੇਂ ਕੁਛ ਨਹੀਂ, ਜੋ ਕਿ ਸ਼ੈ ਸੋ ਤੇਰਾ। ਇਹ ਸੱਚੇ ਪਾਤਸ਼ਾਹ ਸਗਾ ਬਲ ਦੇਵੇ, ਸ਼ਕਤੀ ਦੇਵੇ ਕਿ ਅਸੀਂ ਮਾਨਵਤਾ ਦੀ ਸੇਵਾ ਹੋਰ ਕਰ ਸਕੀਏ। ਬੀਬੀ ਜੀ, ਆਖਰੀ ਸਵਾਲ ਹੈ ਜੋ ਤੁਹਾਡੇ ਨਾਲ ਜੁੜਿਆ ਪਿਛਲੇ ਦਿਨਾਂ ਦੇ ਵਿੱਚ। ਬੇਸ਼ੱਕ ਸ਼੍ਰੋਮਣੀ ਕਮੇਟੀ ਸੇਵਾ ਕਰ ਰਹੀ ਹੈ, ਤੁਸੀਂ ਵੀ ਲੱਗੇ ਹੋਏ ਹੋ ਕਰੋਨਾ ਮਹਾਮਾਰੀ ਦੇ ਦੌਰਾਨ ਵੱਖ-ਵੱਖ ਥਾਵਾਂ 'ਤੇ ਕਰੋਨਾ ਕੇਅਰ ਸੈਂਟਰ ਖੋਲ੍ਹ ਕੇ ਸੇਵਾਵਾਂ ਦੇ ਵਿੱਚ ਜੁਟੇ ਹੋਏ ਹੋ, ਅੱਜ ਵੀ ਮੈਂ ਦੇਖ ਰਿਹਾ। ਪਰ ਤੁਹਾਡੇ 'ਤੇ ਇੱਕ ਸਵਾਲ ਉੱਠਿਆ ਸ਼੍ਰੋਮਣੀ ਕਮੇਟੀ ਦੇ ਵਿੱਚੋਂ, ਜੋ ਮੈਂਬਰ ਸਾਹਿਬਾਨ ਨੇ ਉਹਨਾਂ ਉਠਾਇਆ ਕਿ ਬੀਬੀ ਜਗੀਰ ਕੌਰ ਨੇ ਸਿੱਧੀਆਂ ਭਰਤੀਆਂ ਕੀਤੀਆਂ ਨੇ ਜਾਂ ਉਹਨਾਂ ਦੀ ਆਪਣੀ ਤਸਵੀਰ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਦੇ ਵਿੱਚ ਲਗਾਈ ਜਾ ਰਹੀ ਹੈ। ਕੀ ਸੱਚਾਈ ਹੈ? ਸੰਗਤ ਇਹ ਪੁੱਛਣਾ ਚਾਹੁੰਦੀ ਹੈ। ਦੇਖੋ ਜੀ, ਨਾ ਸੰਗਤ ਕਹਿੰਦੀ ਹੈ ਅਤੇ ਨਾ ਕੋਈ ਕਹਿੰਦੇ ਹੈ। ਕੋਈ ਬੇਨਿਸਬੀ ਨਹੀਂ, ਕਿਸੇ ਕਿਸਮ ਦੀ ਕੋਈ ਐਸੀ ਕੁਤਾਹੀ ਨਹੀਂ ਜਿਹੜੀ ਸਾਡੇ ਕੋਈ ਸਿਧਾਂਤਕ ਤੌਰ 'ਤੇ ਹੋਵੇ। ਮੈਂ ਵੈਸੇ ਉਹਦਾ ਜਵਾਬ ਨਹੀਂ ਸੀ ਦੇਣਾ ਚਾਹੁੰਦੀ ਜਿਹੜੀ ਤੁਸੀਂ ਪੁੱਛ ਰਹੇ ਹੋ, ਕਿਉਂਕਿ ਮੈਂ ਕਿਸੇ ਇੱਕ ਵਿਅਕਤੀ ਦਾ ਜਵਾਬ ਦੇਵਾਂ ਸੋਹਣਾ ਨਹੀਂ ਲੱਗਦਾ, ਮੇਰਾ ਬਣਦਾ ਹੀ ਨਹੀਂ। ਪਰ ਇੱਕ ਮੈਂ ਗੱਲ ਕਹਿ ਦਿੰਦੀ ਹਾਂ, ਜਿਹੜਾ ਪ੍ਰਧਾਨ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਹਦੀਆਂ ਪਾਵਰਸ ਕੀ ਹੈ। ਜਨਰਲ ਹਾਊਸ ਦੇ ਵਿੱਚ ਪਾਸ ਕੀਤਾ ਜਾਂਦਾ ਹੈ ਕਿ ਪ੍ਰਧਾਨ ਨੂੰ ਇਹ ਅਧਿਕਾਰ ਦਿੱਤੇ ਜਾਂਦੇ ਹੈ ਕਿ ਲੋੜ ਪੈਣ 'ਤੇ ਕੋਈ ਦਿਹਾੜੀਦਾਰ ਰੱਖਣਾ ਹੋਵੇ, ਕੋਈ ਆਰਜੀ ਸੇਵਾਦਾਰ ਰੱਖਣਾ ਹੋਵੇ ਤਾਂ ਉਹ ਰੱਖ ਸਕਦਾ। ਜੇ ਕਿਸੇ ਲਾਂਗਰੀ ਦੀ ਲੋੜ ਹੈ ਤਾਂ ਉਹਨੇ ਰੱਖਣਾ ਹੈ, ਜੇ ਕਿਸੇ ਨੂੰ ਸਵੀਪਰ ਦੀ ਲੋੜ ਹੈ ਉਹਨੇ ਰੱਖਣਾ ਹੈ, ਜੇ ਕਿਸੇ ਨੂੰ ਖੇਤੀ ਵਿੱਚ ਕੰਮ ਕਰਨ ਵਾਲੀ ਮੈਨੇਜਰ ਨੇ ਮੰਗ ਕੀਤੀ ਹੈ ਉਹਨੇ ਰੱਖਣਾ ਹੈ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਨੇ। ਮੈਨੂੰ ਆਪਣੇ ਹੱਦ ਦਾ ਪਤਾ, ਮੈਨੂੰ ਆਪਣੇ ਅਧਿਕਾਰ ਦਾ ਪਤਾ, ਮੈਨੂੰ ਨਿਯਮਾਂ ਦਾ ਪਤਾ। ਮੇਰਾ ਖਿਆਲ ਹੈ ਕਿ ਮੇਰਾ ਉਹਨਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਬਣਦਾ ਨਹੀਂ, ਪਰ ਮੈਂ ਸੁਚੇਤ ਹਾਂ ਇਸ ਗੱਲ ਤੋਂ ਕਿ ਕੋਈ ਐਸੀ ਅਵਗਿਆ ਨਾ ਹੋਵੇ। ਧੰਨਵਾਦ ਬੀਬੀ ਜੀ, ਤੁਸੀਂ ਸਮਾਂ ਕੱਢਿਆ ਜਗਬਾਣੀ ਤੇ ਦਰਸ਼ਨ TV ਦੇ ਨਾਲ ਗੱਲਬਾਤ ਕਰਨ ਦੇ ਲਈ।